ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰੇ ਪੰਜਾਬੀ ਦੇ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀ ਸਾਥੀਓ, ਵਾਰਤਕ ਬੋਧ ਨਾਲ ਸੰਬੰਧਿਤ ਜਿੰਨੀ ਕੁ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਆ ਉਨੀ ਕੁ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਬਹੁਤੇ ਵਿਦਵਾਨਾਂ ਨੇ ਜਿਹੜਾ ਪੰਜਾਬੀ ਵਾਰਤਕ ਦਾ ਆਰੰਭ ਆ ਉਹ 16ਵੀਂ ਸਦੀ ਤੋਂ ਮੰਨਿਆ। ਵਿਦਵਾਨਾਂ ਦੇ ਅਨੁਸਾਰ ਜਿਹੜਾ ਵਾਰਤਕ ਦਾ ਜਨਮ ਆ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਜਨਮ ਸਾਖੀਆਂ ਤੋਂ ਹੀ ਹੁੰਦਾ। ਪੁਰਾਤਨ ਜਨਮ ਸਾਖੀ, ਸੋਢੀ ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਵਾਲੇ ਵਾਲੀ ਜਨਮ ਸਾਖੀ, ਹਿੰਦਾਵਲੀਆਂ ਦੀ ਜਨਮ ਸਾਖੀ ਆ, ਜਨਮ ਸਾਖੀ ਭਗਤ ਕਬੀਰ ਜੀ, ਜਨਮ ਸਾਖੀ ਸ਼੍ਰੀ ਮਿਹਰਬਾਨ ਆਦਿ ਜਿਹੜੀਆਂ ਇਹ ਜਨਮ ਸਾਖੀਆਂ ਨੇ ਸਤਿਗੁਰ ਦੇ ਮੂੰਹ ਦੀਆਂ ਸਾਖੀਆਂ ਮੁੱਖ ਪੁਰਾਤਨ ਜਿਹੜੀਆਂ ਰਚਨਾਵਾਂ ਹਨ। 18ਵੀਂ ਸਦੀ ਵਿੱਚ ਜਨਮ ਸਾਖੀ ਪਰੰਪਰਾ ਦਾ ਜਿਹੜਾ ਮੁੱਖ ਰਚਨਾ ਗਿਆਨ ਰਤਨਾਵਲੀ ਆ। 18ਵੀਂ ਸਦੀ ਦੇ ਵਿੱਚ ਜਿਹੜੀ ਸਾਨੂੰ ਪ੍ਰਾਪਤ ਹੁੰਦੀ ਹੈ ਇਹ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਹੈ। ਇਹ ਰਚਨਾ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ 'ਤੇ ਆਧਾਰਿਤ ਹੈ। ਇਸ ਕਾਲ ਵਿੱਚ ਇਹ ਸਾਖੀ, ਪਰਚੀ, ਵਚਨ, ਨਵੀਆਂ ਵਾਰਤਕ ਵਿਧਾਵਾਂ ਜਿਹੜੀਆਂ ਉਹ ਸਾਡੇ ਸਾਹਮਣੇ ਆਈਆਂ। ਉਦਾਸੀ ਸੇਵਾ ਪੰਥੀਆਂ ਅਤੇ ਗਿਆਨ ਪੰਥੀਆਂ ਨੇ ਪ੍ਰਚਾਰ ਦੇ ਲਈ ਜਿਹੜੀ ਹੈਗੀ ਆ ਉਹ ਵਾਰਤਕਾਂ ਦੀ ਰਚਨਾਵਾਂ ਜਿਹੜੀ ਉਹ ਕੀਤੀ। ਪਰ ਫਿਰ ਵੀ ਜੇ ਅਸੀਂ ਪੰਜਾਬੀ ਲੇਖਕਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨੰਬਰ 1 'ਤੇ ਸ਼ਰਧਾ ਰਾਮ ਫਿਲੌਰੀ ਦਾ ਨਾਮ ਆਉਂਦਾ। ਸ਼ਰਧਾ ਰਾਮ ਫਿਲੌਰੀ ਨੇ ਅੰਗਰੇਜ਼ੀ ਸਰਪ੍ਰਸਤੀ ਦੇ ਹੇਠ ਜਿਹੜੀ ਵਾਰਤਕ ਰਚਨਾ ਜਿਹੜੀ ਉਹ ਕੀਤੀ, ਜਿਹਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਰਾਜ ਦੀ ਵਿਥਿਆ ਅਤੇ ਪੰਜਾਬੀ ਬਾਤਚੀਤ ਉਸ ਦੀਆਂ ਪ੍ਰਮੁੱਖ ਜਿਹੜੀਆਂ ਪੁਸਤਕਾਂ ਨੇ, ਵਾਰਤਕ ਪੁਸਤਕਾਂ ਨੇ। ਉਹਨਾਂ ਤੋਂ ਬਾਅਦ ਭਾਈ ਵੀਰ ਸਿੰਘ ਦਾ ਨਾਮ ਅਸੀਂ ਕਹਿ ਸਕਦੇ ਹਾਂ ਕਿ ਆਧੁਨਿਕ ਪੰਜਾਬੀ ਵਾਰਤਕ ਦੇ ਪ੍ਰਮੁੱਖ ਮੋਢੀਆਂ ਵਿੱਚੋਂ ਹੈ। ਖਾਲਸਾ ਸਮਾਚਾਰ, ਉਹਨਾਂ ਦਾ ਜਿਹੜਾ ਲੜੀਵਾਰ ਕਈ ਟਰੈਕਟ ਲਿਖੇ ਉਹਨਾਂ ਨੇ ਇਸ ਦੇ ਵਿੱਚ, ਜਿਨ੍ਹਾਂ ਦੀ ਗਿਣਤੀ 1400 ਦੇ ਕਰੀਬ ਆ। 700 ਤੋਂ ਵੱਧ ਲੇਖ ਵੀ ਛਪਵਾਏ। ਪੁਸਤਕ ਰੂਪ ਵਿੱਚ ਗੁਰੂ ਨਾਨਕ ਚਮਤਕਾਰ ਉਹਨਾਂ ਦੇ 2 ਭਾਗਾਂ ਦੇ ਵਿੱਚ ਸਾਨੂੰ ਮਿਲਦਾ। ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ ਵੀ 2 ਭਾਗਾਂ ਵਿੱਚ ਆ। ਸੰਤ ਗਾਥਾ, ਗੁਰੂ ਬਾਲਮ ਸਾਖੀਆਂ, ਮਾਲਵਾ ਦੇਸ਼ ਰਟਨ ਦੀ ਜਿਹੜੀ ਸਾਖੀ ਪੋਥੀ ਆ, ਗੁਰੂ ਬਿਲਾਸ ਸਾਖੀਆਂ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ 10ਵੀਂ ਭਾਈ ਵੀਰ ਸਿੰਘ ਜੀ ਦੀਆਂ ਇਹ ਰਚਨਾਵਾਂ ਨੇ ਵਾਰਤਕ ਦੇ ਅਧੀਨ। ਉਹਨਾਂ ਤੋਂ ਬਾਅਦ ਆ ਮੋਹਨ ਸਿੰਘ ਵੈਦ ਵੀ ਕਿਹਾ ਜਾਂਦਾ ਇਹਨਾਂ ਨੂੰ। ਇਹਨਾਂ ਦਾ ਜਿਹੜਾ ਜੀਵਨ ਕਾਲ ਆ ਉਹ 1868 ਤੋਂ 1938 ਦਾ ਜੀਵਨ ਕਾਲ ਆ ਉਹਨਾਂ ਦਾ। ਉਹਨਾਂ ਨੇ ਕਰਮਯੋਗ, ਸਿਆਣੀ ਮਾਤਾ, ਸੁਖੀ ਪਰਿਵਾਰ, ਪਛਤਾਵਾ, ਕਪਟੀ ਮਿੱਤਰ, ਕਮਾਈ ਦੀ ਬਰਕਤ ਆਦਿ ਜਿਹੜੀਆਂ ਰਚਨਾਵਾਂ ਨੇ ਉਹ ਉਹਨਾਂ ਨੇ ਕੀਤੀਆਂ ਨੇ। ਉਹਨਾਂ ਤੋਂ ਬਾਅਦ ਮੋਹਨ ਸਿੰਘ ਦੇ ਵੈਦ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਨੇ, ਜਿਨ੍ਹਾਂ ਦਾ ਜੀਵਨ ਕਾਲ 1881 ਤੋਂ ਲੈ ਕੇ 1931 ਦਾ ਹੈ। ਇਸ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਖੁੱਲ੍ਹੇ ਲੇਖ, ਐਮਰਸਨ ਤੇ ਕਾਰਾਇਲ ਦੀਆਂ ਰਚਨਾਵਾਂ ਦਾ ਅਨੁਵਾਦ ਉਹਨਾਂ ਨੇ ਕਲਾਧਾਰੀ ਪੂਜਾ ਅਤੇ ਅਬਚਲੀ ਜੋਤ ਦੇ ਨਾਵਾਂ ਦੇ ਅਧੀਨ ਕੀਤਾ। ਉਹਨਾਂ ਨਿਬੰਧਾਂ ਦਾ ਇੱਕ ਹੋਰ ਸੰਗ੍ਰਹਿ ਹੈ ਸਿੱਖੀ ਸੌਖੀ ਤੇ ਸਿੱਖੀ ਔਖੀ, ਸੰਪਾਦਨਾ ਕੀਤੀ ਹੈ ਗੁਰਮੁਖ ਸਿੰਘ ਜੀ ਨੇ। 2011 ਵਿੱਚ ਇਹ ਪ੍ਰਕਾਸ਼ਿਤ ਹੋਇਆ ਪ੍ਰੋਫੈਸਰ ਪੂਰਨ ਸਿੰਘ ਜੀ ਦਾ। ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲਾਲ ਸਿੰਘ ਕਮਲਾ ਅਕਾਲੀ ਦੀ, ਜਿਨ੍ਹਾਂ ਦਾ ਜਨਮ ਕਾਲ 1899 ਤੋਂ 1975 ਹੈ। ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਵਾਰਤਕ ਰਚਨਾਵਾਂ ਦੇ ਵਿੱਚ ਮੇਰਾ ਬਲਾਇਤੀ ਸਫ਼ਰਨਾਮਾ ਅਸੀਂ ਲੈ ਸਕਦੇ ਹਾਂ, ਮੌਤ ਰਾਣੀ ਦਾ ਘੁੰਡ ਉਹਨਾਂ ਦੀ ਰਚਨਾਵਾਂ 1934 ਵਿੱਚ ਉਹਨਾਂ ਨੇ ਕੀਤੀ, ਜੀਵਨ ਨੀਤੀ 1949, ਮਨ ਦੀ ਮੌਜ 1945, ਇਹ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਜਿਹੜੀਆਂ ਵਾਰਤਕ ਦੇ ਅਧੀਨ ਆਉਂਦੀਆਂ ਨੇ। ਇਹਨਾਂ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ, ਜਿਨ੍ਹਾਂ ਦਾ ਜੀਵਨ ਕਾਲ 1894 ਤੋਂ 1958, ਸਾਹਿਤ ਦਰਸ਼ਨ ਉਹਨਾਂ ਦੀ ਜਿਹੜੀ ਪਹਿਲੀ ਜਿਹੜੀ ਵਾਰਤਕ ਰਚਨਾ, ਪੰਜਾਬੀ ਕਿਵੇਂ ਲਿਖੀਏ, ਨਵੀਆਂ ਸੋਚਾਂ 1942 ਵਿੱਚ ਆਈ, ਗੁਸਲਖਾਨਾ ਅਤੇ ਹੋਰ ਲੇਖ ਜਿਹੜੇ ਨੇ ਉਹਨਾਂ ਦੇ, ਸਹਿਜ ਸੁਭਾਅ ਇੱਕ ਉਹਨਾਂ ਦੀ ਰਚਨਾ 1942 ਵਿੱਚ ਆਈ ਆ, ਸੱਭਿਆਚਾਰ, ਆਰਸੀ, ਸਿਮਰਤੀਆਂ ਅਤੇ ਘਰ ਦਾ ਪਿਆਰ, ਇਹ ਪ੍ਰਿੰਸੀਪਲ ਤੇਜਾ ਸਿੰਘ ਜੀ ਦੀਆਂ ਵਾਰਤਕ ਰਚਨਾਵਾਂ ਨੇ। ਪ੍ਰਿੰਸੀਪਲ ਤੇਜਾ ਸਿੰਘ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਦਾ ਨਾਮ ਸਾਡੇ ਸਾਹਮਣੇ ਆਉਂਦਾ। ਪ੍ਰੋਫੈਸਰ ਸਾਹਿਬ ਸਿੰਘ ਦਾ ਜੀਵਨ ਕਾਲ 1892 ਤੋਂ 1977 ਮੰਨਿਆ ਜਾਂਦਾ। ਸਭ ਤੋਂ ਵੱਡੀ ਦੇਣ ਗੁਰਬਾਣੀ ਦੇ ਟੀਕੇ ਕਰਕੇ ਉਹਨਾਂ ਨੇ ਦਿੱਤੀ ਹੈ, ਜਿਹੜੀ ਪੰਜਾਬੀ ਸਾਹਿਤ ਨੂੰ ਦਿੱਤੀ, ਜਿਹਦੇ ਵਿੱਚ ਧਾਰਮਿਕ ਲੇਖ 1946 ਵਿੱਚ, ਕੁਝ ਹੋਰ ਧਾਰਮਿਕ ਲੇਖ, ਰੱਬੀ ਗੱਲਾਂ,
ਧਰਮ ਤੇ ਸਦਾਚਾਰ, ਸਰਬੱਤ ਦਾ ਭਲਾ 1951 ਦੇ ਵਿੱਚ ਉਹਨਾਂ ਦੀ ਰਚਨਾ ਆਈ ਸਾਹਮਣੇ ਸਾਡੇ। ਸਿੱਖ ਸਿਦਕ ਨਾ ਹਾਰੇ, ਆਦਿ ਬੀੜ ਬਾਰੇ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ, ਭਗਤ ਬਾਣੀ ਸਟੀਕ, ਗੁਰਮਤਿ ਪ੍ਰਕਾਸ਼ 1947 ਵਿੱਚ ਗੁਰਬਾਣੀ ਅਤੇ ਇਤਿਹਾਸ ਬਾਰੇ ਪ੍ਰਮੁੱਖ ਰਚਨਾ ਜਿਹੜੀਆਂ ਉਹ ਸਾਡੇ ਸਾਹਮਣੇ ਆਉਂਦੀਆਂ ਵਾਰਤਕ ਦੇ ਵਿੱਚ। ਉਹਨਾਂ ਤੋਂ ਬਾਅਦ ਗੁਰਬਖਸ਼ ਸਿੰਘ ਪ੍ਰੀਤਲੜੀ ਜੀ, ਜਿਨ੍ਹਾਂ ਦਾ ਜੀਵਨ ਕਾਲ 1895 ਤੋਂ 1977 ਦਾ ਮੰਨਿਆ ਜਾਂਦਾ। ਉਹਨਾਂ ਨੇ 26 ਦੇ ਕਰੀਬ ਜਿਹੜੇ ਲੇਖ ਸੰਗ੍ਰਹਿ ਲਿਖੇ ਨੇ। ਰੋਜ਼ਾਨਾ ਜ਼ਿੰਦਗੀ ਦੀ ਸਾਇੰਸ, ਜਿਹਦੇ ਵਿੱਚ ਇੱਕ ਆ ਸਾਵੀਂ ਪੱਧਰੀ ਜ਼ਿੰਦਗੀ, ਨੋਟ ਕਰਦੇ ਜਾਇਓ। ਉਸ ਤੋਂ ਬਾਅਦ ਆ ਚੰਗੇਰੀ ਦੁਨੀਆ, ਨਵੀਂ ਤਕੜੀ ਦੁਨੀਆ, ਰੀਝਾਂ ਦੀ ਖੱਡੀ, ਦੁਨੀਆ ਇੱਕ ਮਹੱਲ ਹੈ, ਜ਼ਿੰਦਗੀ ਦੀ ਕਵਿਤਾ, ਸਰਬਪੱਖੀ ਨਾਇਕ, ਸਵੈ ਪੂਰਨਤਾ ਦੀ ਲਗਨ, ਇੱਕ ਦੁਨੀਆ ਤੇ 13 ਸੁਪਨੇ, ਕੁਦਰਤੀ ਮਜ਼ਹਬ, ਖੁੱਲ੍ਹਾ ਦਰ, ਪਰਮ ਮਨੁੱਖ ਅਤੇ ਮੇਰੀਆਂ ਅਭੁੱਲ ਯਾਦਾਂ। ਅਗਲੀ ਆ ਪ੍ਰਸੰਨ ਲੰਮੀ ਉਮਰ, ਨਵਾਂ ਸ਼ਿਵਾਲਾ, ਭਖਦੀ ਜੀਵਨ ਚੰਗਿਆੜੀ ਅਤੇ ਜੀਵਨ ਰਾਸ, ਜਿਹੜੇ ਉਹਨਾਂ ਦੇ ਪ੍ਰਮੁੱਖ ਵਾਰਤਕ ਨੇ। ਸਵੈ ਜੀਵਨੀ ਮੰਜ਼ਿਲ ਜਿਹੜੀ ਆ ਸਵੈ ਜੀਵਨੀ ਉਹਨਾਂ ਦੀ ਮੰਜ਼ਿਲ ਦਿਸ ਪਈ ਅਤੇ ਮੇਰੀ ਜੀਵਨ ਕਹਾਣੀ, 2 ਭਾਗਾਂ ਵਿੱਚ ਉਹਨਾਂ ਦੀ ਸਾਡੇ ਸਾਹਮਣੇ ਆ। ਉਹਨਾਂ ਤੋਂ ਬਾਅਦ ਪ੍ਰੀਤਲੜੀ, ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਜੀਤ ਸਿੰਘ ਸ਼ੀਤਲ। ਜੀਤ ਸਿੰਘ ਸ਼ੀਤਲ ਦੀਆਂ ਸਾਡੇ ਕੋਲ ਰਚਨਾਵਾਂ ਨੇ ਜਿਹੜੀਆਂ ਮਿੱਤਰ ਅਸਾਡੇ ਸੇਈ ਅਤੇ ਰਹਿਣ ਦਿਵਸ, 2 ਰਚਨਾਵਾਂ ਨੇ ਵਾਰਤਕ ਦੇ ਵਿੱਚ। ਗਿਆਨੀ ਗੁਰਦਿੱਤ ਸਿੰਘ ਦੀਆਂ ਵੀ 2 ਰਚਨਾਵਾਂ ਮੈਨੂੰ ਮਿਲੀਆਂ, ਮੇਰਾ ਪਿੰਡ ਅਤੇ ਮੇਰੇ ਪਿੰਡ ਦਾ ਜੀਵਨ। ਮੇਰਾ ਪਿੰਡ 1961 ਵਿੱਚ, ਮੇਰੇ ਪਿੰਡ ਦਾ ਜੀਵਨ ਅਗਲੀ ਆ। ਉਸ ਤੋਂ ਬਾਅਦ ਆ ਗਿਆਨੀ ਗੁਰਦਿੱਤ ਸਿੰਘ ਜੀ। ਗਿਆਨੀ ਗੁਰਦਿੱਤ ਸਿੰਘ ਜੀ ਦੀਆਂ ਜਿਹੜੀਆਂ ਰਚਨਾਵਾਂ ਨੇ ਮੇਰਾ ਪਿੰਡ, ਮੇਰੇ ਪਿੰਡ ਦਾ ਜੀਵਨ, ਇਹ ਗਿਆਨੀ ਗੁਰਦਿੱਤ ਸਿੰਘ ਦੀਆਂ ਨੇ। ਗਿਆਨੀ ਗੁਰਦਿੱਤ ਸਿੰਘ ਜੀ ਤੋਂ ਬਾਅਦ ਸੂਬਾ ਸਿੰਘ। ਸੂਬਾ ਸਿੰਘ ਗਲਤੀਆਂ 1971, ਹਾਸ ਤੇ ਹਾਦਸੇ 1973, ਵਿਅੰਗ ਤਰੰਗ 1980, ਅਲੋਪ ਹੁੰਦੇ ਚਿਟਕ। ਇਹਦੇ ਰਚਨਾ ਕਾਲ ਨਹੀਂ ਲਿਖਿਆ, ਠੀਕ ਹੈ ਜੀ। ਇਹਨਾਂ ਦੀਆਂ 4 ਨੇ ਜਿਹੜੀਆਂ ਸਾਨੂੰ ਵਾਰਤਕ ਰਚਨਾਵਾਂ ਮਿਲਦੀਆਂ ਨੇ। ਉਹਨਾਂ ਤੋਂ ਬਾਅਦ ਨਰਿੰਦਰ ਸਿੰਘ ਕਪੂਰ। ਨਰਿੰਦਰ ਸਿੰਘ ਕਪੂਰ ਦੀ ਵਾਰਤਕ ਰਚਨਾ ਵਿਆਖਿਆ ਵਿਸ਼ਲੇਸ਼ਣ 1982, ਤਰਕਵੇਦ 1985, ਆਮੋ ਸਾਹਮਣੇ 1995, ਘਾਟ ਘਾਟ ਦਾ ਪਾਣੀ 1987, ਸੁਖਨ ਸਨੇਹੇ 1996, ਬੂਹੇ ਬਾਰੀਆਂ 1986, ਅੰਤਰਝਾਤ 1999। ਇਹ ਸਨ ਸਾਡੇ ਜਿਹੜੇ ਮੇਨ ਮੁੱਖ ਲੇਖਕ ਨੇ ਜਿਨ੍ਹਾਂ ਨੇ ਵਾਰਤਕ ਦੀ ਰਚਨਾ ਵਿੱਚ ਯੋਗਦਾਨ ਪਾਇਆ। ਉਮੀਦ ਕਰਦੀ ਹਾਂ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।